ਗੁਰੂ ਮਹਾਰਾਜ ਦੇ ਚਰਨਾਂ ਵਿੱਚ ਗੁਰੂ ਮਹਾਰਾਜ ਦੀ ਸਾਚੀ ਨਿਵਾਜੀ ਸੰਗਤ ਫਤਿਹ ਸਾਂਝੀ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਇਕੱਤਰਤਾ ਦੇ ਵਿੱਚ ਜੇ ਸ਼ਾਮਲ ਨਹੀਂ ਹੈ ਤਾਂ ਉਹ ਹੀ ਨਹੀਂ ਹੈ। ਸਾਡਾ ਕ੍ਰਿਸ਼ਨ ਲਾਲ ਰੱਤੂ ਉਹ ਕਿਉਂ ਸ਼ਾਮਲ ਨਹੀਂ ਹੈ? ਕਿਉਂਕਿ ਅੱਜ ਉਸ ਦੀ ਯਾਦ ਵਿੱਚ ਅਸੀਂ ਇਕੱਤਰ ਹੋਏ ਹਾਂ। 21 ਤਰੀਕ ਨੂੰ ਉਹ ਸਾਨੂੰ ਵਿਛੋੜਾ ਦੇ ਗਏ ਸਨ, ਸਦੀਵੀ ਵਿਛੋੜਾ ਦੇ ਗਏ ਸਨ। ਬੇਸ਼ੱਕ ਸਰੀਰਕ ਰੂਪ ਦੇ ਵਿੱਚ ਉਹਨਾਂ ਨੇ ਸਾਨੂੰ ਵਿਛੋੜਾ ਦਿੱਤਾ, ਪਰ ਸੂਖਮ ਰੂਪ ਦੇ ਵਿੱਚ ਉਹ ਸਾਡੇ ਨਾਲ ਹੀ ਕਿਤੇ ਆਲੇ ਦੁਆਲੇ ਨੇ। ਇਸ ਦੁੱਖ ਦੀ ਘੜੀ ਦੇ ਵਿੱਚ ਨਾ ਸਿਰਫ ਰੱਤੂ ਜੀ ਦਾ ਪਰਿਵਾਰ ਤੇ ਉਹਨਾਂ ਦੇ ਰਿਸ਼ਤੇਦਾਰ, ਜਿਨ੍ਹਾਂ ਦੇ ਵਿੱਚ ਉਹਨਾਂ ਦੀ ਧਰਮ ਪਤਨੀ ਰੇਸ਼ਮਾ ਜੀ, 2 ਬੇਟੇ ਨਵੀਨ ਤੇ ਦਿਨੇਸ਼ ਤੇ ਬਾਕੀ ਰਿਸ਼ਤੇਦਾਰ, ਉਹ ਹੀ ਸ਼ਾਮਲ ਨਹੀਂ ਹੈ। ਸਮੁੱਚਾ ਸੂਚਨਾ ਤੇ ਲੋਕ ਸੰਪਰਕ ਵਿਭਾਗ ਦਾ ਪਰਿਵਾਰ ਵੀ ਸ਼ਾਮਲ ਹੈ। ਅੱਜ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਦੇ ਵਿੱਚ ਸ਼ਾਮਲ ਨੇ ਸਾਡੇ DPR ਸ਼੍ਰੀ ਸੁਮੀਤ ਜਰੰਗਲ ਜੀ, ਸਪੈਸ਼ਲ ਸੈਕਟਰੀ ਸ਼੍ਰੀਮਤੀ ਸੇਨੂ ਦੁੱਗਲ ਜੀ, ਵੱਡੀ ਗਿਣਤੀ ਦੇ ਵਿੱਚ ਸਾਡੇ ਵਿਭਾਗ ਦੇ ਅਧਿਕਾਰੀ, ਕਰਮਚਾਰੀ ਤੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਲੋਕ ਸੰਪਰਕ ਅਫਸਰ ਅੱਜ ਇੱਥੇ ਸ਼ਾਮਲ ਨੇ। ਇਹਨਾਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ, ਪੰਜਾਬ ਤੋਂ ਸਾਡੇ ਪੱਤਰਕਾਰ ਮਿੱਤਰ ਵੀ ਅੱਜ ਰੱਤੂ ਜੀ ਨੂੰ ਸ਼ਰਧਾਂਜਲੀ ਦੇਣ ਲਈ ਇੱਥੇ ਪੁੱਜੇ ਨੇ। ਬਹੁਤ ਸਾਰੇ ਅਦਾਰਿਆਂ ਵੱਲੋਂ ਸ਼ੋਕ ਸੰਦੇਸ਼ ਸਾਡੇ ਤੱਕ ਪਹੁੰਚੇ ਨੇ, ਜਿਨ੍ਹਾਂ ਦੇ ਵਿੱਚੋਂ ਅੱਜ ਦੀ ਆਵਾਜ਼ ਅਕਾਲੀ ਪੱਤਰਕਾਰ, ਪਹਿਰੇਦਾਰ, ਸੱਚ ਦੀ ਪਟਾਰੀ, ਪੰਜਾਬ ਟਾਈਮਸ ਅਤੇ ਅਜੀਤ ਦੇ ਸੰਦੇਸ਼ ਸਾਨੂੰ ਪ੍ਰਾਪਤ ਹੋਏ ਨੇ। ਇਸ ਤੋਂ ਇਲਾਵਾ ਸ਼੍ਰੀ ਗੋਪਾਲ ਸਿੰਘ PCS, ਜੋ ਸਾਡੇ ਜੁਆਇੰਟ ਡਾਇਰੈਕਟਰ ਵੀ ਰਹੇ, ਉਹਨਾਂ ਨੇ ਵਿਸ਼ੇਸ਼ ਤੌਰ ਤੇ ਆਪਣਾ ਸ਼ੋਕ ਸੰਦੇਸ਼ ਭੇਜਿਆ, ਕਿਉਂਕਿ ਉਹ ਇਲੈਕਸ਼ਨ ਦੀ ਡਿਊਟੀ ਦੇ ਵਿੱਚ ਫੋਨ ਕਰਕੇ ਇੱਥੇ ਆਪ ਪੁੱਜ ਨਹੀਂ ਸਕੇ, ਨਹੀਂ ਤੇ ਉਹਨਾਂ ਨੇ ਪੁੱਜਣਾ ਜ਼ਰੂਰ ਸੀ। ਰੱਤੂ ਜੀ ਮੇਰੇ ਲਈ ਮਿੱਤਰ ਵੀ ਸਨ ਤੇ ਪੁੱਤਰ ਵੀ ਸਨ। ਮਿੱਤਰ ਇਸ ਕਰਕੇ ਕਿਉਂਕਿ ਅਸੀਂ ਹਮ ਉਮਰ ਸੀਗੇ ਕਹਿਣਾ ਸ਼ਬਦ ਮੈਨੂੰ ਥੋੜਾ ਜਿਹਾ ਔਖਾ ਲੱਗ ਰਿਹਾ, ਤੇ ਪੁੱਤਰ ਇਸ ਕਰਕੇ ਕਿ ਮੈਨੂੰ ਸੁਭਾਗ ਪ੍ਰਾਪਤ ਹੋਇਆ ਉਹਨਾਂ ਨੂੰ ਪੱਤਰਕਾਰੀ ਦੀ ਵਿੱਦਿਆ ਪੜ੍ਹਾਉਣ ਦਾ, ਜਦੋਂ ਉਹ BJMC ਦੇ ਵਿੱਚ ਜਲੰਧਰ ਪੜ੍ਹਿਆ ਕਰਦੇ ਸੀਗੇ। ਤੇ ਮਿੱਤਰ ਦਾ ਤੇ ਪੁੱਤਰ ਦਾ ਚਲੇ ਜਾਣਾ ਕਿੰਨਾ ਕੁ ਦੁਖਦਾਈ ਹੁੰਦਾ ਹੈ, ਇਹ ਬਿਆਨ ਤੋਂ ਬਾਹਰ ਦੀ ਚੀਜ਼ ਹੈ। ਸੋ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਰੱਤੂ ਪਰਿਵਾਰ ਤੇ ਸੂਚਨਾ ਤੇ ਲੋਕ ਸੰਪਰਕ ਪਰਿਵਾਰ ਤੇ ਉਸ ਤੋਂ ਇਲਾਵਾ ਪੱਤਰਕਾਰੀ ਦਾ ਸਾਡਾ ਸਾਰਾ ਅਦਾਰੇ ਤੇ ਪੱਤਰਕਾਰ ਦੋਸਤ ਜਿਹੜੇ ਇੱਥੇ ਪਹੁੰਚੇ ਨੇ, ਉਹ ਸਾਰੇ ਰੱਤੂ ਜੀ ਨੂੰ ਆਪਣੇ ਆਪਣੇ ਹਿਸਾਬ ਦੇ ਨਾਲ ਸ਼ਰਧਾਂਜਲੀ ਦੇਣਾ ਚਾਹੁੰਦੇ ਨੇ। ਮੈਂ ਗੁਜ਼ਾਰਿਸ਼ ਕਰਾਂਗਾ ਕਿ ਸਾਡੇ ਕੋਲ ਸਮਾਂ ਬਹੁਤ ਥੋੜਾ ਹੋਣ ਕਰਕੇ 2-2 ਮਿੰਟ ਵਾਸਤੇ ਮੈਂ ਬੇਨਤੀ ਕਰਾਂਗਾ
ਸਭ ਤੋਂ ਪਹਿਲੇ ਸ਼੍ਰੀ ਕਸ਼ਮੀਰੀ ਲਾਲ ਜੀ ਕੌਂਸਲਰ ਮਹਿਤਪੁਰ, ਜਿਨ੍ਹਾਂ ਦਾ ਇਸ ਪਰਿਵਾਰ ਦੇ ਨਾਲ ਬਹੁਤ ਨੇੜੇ ਦਾ ਸੰਬੰਧ ਰਿਹਾ ਹੈ, ਉਹ ਇਸ ਮੌਕੇ ਤੇ ਰੱਤੂ ਜੀ ਨੂੰ ਸ਼ਰਧਾਂਜਲੀ ਦਿੰਦੇ। ਸਾਡੇ ਮਹਿਤਪੁਰ ਦੀਆਂ ਗਲੀਆਂ ਦੇ ਵਿੱਚ, ਸਾਡੇ ਮੁਹੱਲੇ ਦੇ ਵਿੱਚ ਜਨਮ ਲੈ ਕੇ ਸਰਕਾਰੀ ਸਕੂਲ ਤੋਂ ਪੜ੍ਹ ਕੇ ਉਹਨਾਂ ਦੇ ਨਾਲ ਜਿਹੜੇ ਸਾਥੀ ਪੜ੍ਹਦੇ ਸੀਗੇ, ਮਾਸਟਰ ਜੋਗੀ ਰਾਜ ਹੁਣੀ, ਮਹਿੰਦਰਪਾਲ ਜੀ, ਰਾਜ ਕੁਮਾਰ, ਮੈਂ ਉਹਨਾਂ ਤੋਂ ਇੱਕ ਕਲਾਸ ਪਿੱਛੇ ਪੜ੍ਹਿਆ ਕਰਦਾ ਸੀ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਜਿਹੜਾ ਸ਼ੁਰੂ ਕੀਤਾ, ਵੱਡੇ ਭਰਾਵਾਂ ਦਾ ਬਹੁਤ ਸਹਿਯੋਗ ਹੈ। ਅੰਕਲ ਮੇਰੇ, ਕਿਉਂਕਿ ਰਿਸ਼ਤੇ 'ਚ ਮੇਰੇ ਸਾਰੇ ਚਾਚੇ ਲੱਗਦੇ, ਜੀਤ ਰਾਮ ਹੁਣੀ, ਮੀਤ ਜੀ ਸੀ, ਪ੍ਰੀਤਮ ਜੀ, ਦਰਸ਼ਨ ਜੀ, ਇਹਨਾਂ ਦਾ ਪੂਰਾ ਸਹਿਯੋਗ, ਮਾਤਾ ਪਿਤਾ ਦਾ ਸਹਿਯੋਗ, ਔਰ ਉਹਨਾਂ ਰਸਤਿਆਂ ਦੇ ਵਿੱਚ ਦੀ ਘੁੰਮਦੇ ਹੋਏ ਹਮੇਸ਼ਾ ਦਿਮਾਗ ਜਿਹੜਾ, ਜਦੋਂ ਕਿਤੇ ਅਸੀਂ ਇਕੱਠੇ ਹੋਣਾ ਤਾਂ ਇਹ ਤਰੱਕੀਆਂ ਬਾਰੇ ਸੋਚਣਾ ਵੀ ਅਸੀਂ ਆਪਣੀ ਜਿਹੜੀ ਜ਼ਿੰਦਗੀ ਨੂੰ ਕਿਸੇ ਮੰਜ਼ਿਲ ਤੇ ਜ਼ਰੂਰ ਪਹੁੰਚਾਉਣਾ। ਤੇ ਉਹਨਾਂ ਨੇ 10ਵੀਂ ਕੀਤੀ। ਉਸ ਇੱਕ ਪੀਰੀਅਡ ਆ ਗਿਆ ਸਾਡੀ ਜ਼ਿੰਦਗੀ ਦੇ ਵਿੱਚ ਵੀ ਇੱਕ ਮੂਵਮੈਂਟ ਚੱਲੀ ਸੀ, ਇੱਕ ਲਹਿਰ ਚੱਲੀ ਸੀ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਾਹਿਬ ਕਾਂਸ਼ੀ ਰਾਮ ਹੁਣੀ ਮੂਵਮੈਂਟ ਨੂੰ ਤੋਰਿਆ ਸੀ। ਉਹਦੇ ਵਿੱਚ ਅਸੀਂ ਸਾਰੇ ਜਿੰਨੇ ਸਾਥੀ ਸੀਗੇ, ਕਿਉਂਕਿ ਆ ਵੱਡੇ ਅੰਕਲ ਜੀਤ ਰਾਮ ਹੁਣੀ, ਉਹਨਾਂ ਨੇ ਹੀ ਉਹ ਲਹਿਰ ਦੇ ਮੋਢੀ ਸੀ। ਅਸੀਂ ਉਹ ਲਹਿਰ ਦੇ ਵਿੱਚ ਪੂਰਾ ਵੱਧ ਚੜ੍ਹ ਕੇ ਹਿੱਸਾ ਪਾਇਆ। ਠੀਕ ਆ, ਜਦੋਂ ਕਿਸੇ ਲਹਿਰ ਦੇ ਵਿੱਚ ਤੁਰਦੇ ਆ ਤਾਂ ਜਿਹੜੇ ਕੰਮ ਲਈ, ਜੇ ਪੜ੍ਹਾਈ ਆ ਤਾਂ ਉਹਦੇ ਵਿੱਚ ਵੀ ਕੋਈ ਵਿਘਨ ਪੈਂਦਾ, ਪਰ ਫਿਰ ਵੀ ਉਹਨਾਂ ਨੇ ਆਪਣਾ ਹੱਥ ਨਹੀਂ ਛੱਡਿਆ, ਪੜ੍ਹਾਈ ਨੂੰ ਅੱਗੇ ਤੋਰਿਆ। ਮਹਿਤਪੁਰ ਦੇ ਵਿੱਚ ਇੱਕ ਬੂਟਾਂ ਦੀ, ਸਟੈਂਡਰਡ ਬੂਟ ਹਾਊਸ ਨਾਂ ਦੀ ਦੁਕਾਨ ਉਹਨਾਂ ਨੇ ਖੋਲ੍ਹੀ। ਉਹਦੇ ਵਿੱਚ ਕਾਫੀ ਆਪਣੀ ਪ੍ਰਸਿੱਧੀ, ਆਪਣੀ ਇਨਕਮ ਕਰਦੇ ਹੋਏ, ਪਰ ਫਿਰ ਵੀ ਉੱਥੇ ਇਹ ਨਹੀਂ ਵੀ ਮਹਿਤਪੁਰ ਵਿੱਚ ਹੀ ਟਿਕ ਜਾਣਾ। ਫਿਰ ਉਹਨਾਂ ਨੇ ਉਹ ਦੁਕਾਨ ਜਿਹੜੀ ਛੱਡ ਕੇ ਫਿਰ ਜਲੰਧਰ ਦੇ ਵਿੱਚ ਅੱਜ ਦੀ ਆਵਾਜ਼ ਦੇ ਵਿੱਚ ਨੌਕਰੀ ਕੀਤੀ। ਉਸ ਤੋਂ ਬਾਅਦ ਇਹ ਜੀਤ ਵਿੱਚ ਆ ਗਏ। ਜਿੱਦਾਂ ਸਾਥੀ ਹੁਣੀ ਦੱਸਿਆ ਵੀ ਉਹਨਾਂ ਕੋਲ ਉਹਨਾਂ ਨੇ ਆਪਣੀ ਵਿੱਦਿਆ ਅਗਲੀ ਹਾਸਲ ਕੀਤੀ ਤੇ ਫਿਰ ਪਟਿਆਲੇ ਦੇ ਵਿੱਚ ਵੀ ਉਹ ਪੜ੍ਹਨ ਆਉਂਦੇ ਰਹੇ ਆ ਉਸ ਸਮੇਂ ਦੇ ਵਿੱਚ, ਕਿਉਂਕਿ ਉਸ ਪੀਰੀਅਡ ਦੇ ਵਿੱਚ ਮੈਂ ਵੀ ਜਲੰਧਰ ਦੇ ਵਿੱਚ ਨੌਕਰੀ ਕਰਨ ਵਾਸਤੇ ਆ ਗਿਆ ਸੀ। ਸਟਿਚਿੰਗ ਕਰਦਾ ਸੀ ਲੈਦਰ ਡਿਪਾਰਟਮੈਂਟ ਦੇ ਵਿੱਚ। ਤੇ ਸਵੇਰ ਨੂੰ ਜਦੋਂ ਮੈਂ ਘਰੋਂ ਤੁਰਨਾ, ਉਦੋਂ ਪਹਿਲਾਂ ਮਾਤਾ ਨੇ ਕੋਈ ਸੁਨੇਹਾ ਹੋਣਾ, ਮਾਤਾ ਨੇ ਉਦੋਂ ਹੀ ਆ ਜਾਣਾ ਵੀ ਉਹਨੂੰ ਆਹ ਸੁਨੇਹਾ ਮੇਰਾ ਦਿਓ, ਕਿਉਂਕਿ ਸਾਡਾ ਤਾਂ ਇੱਥੇ ਕ੍ਰਿਸ਼ਨ ਲਾਲ ਰੱਤੂ, ਦੁਨੀਆ ਦਾ ਕ੍ਰਿਸ਼ਨ ਲਾਲ ਰੱਤੂ, ਪਰ ਸਾਡੇ ਮਹਿਤਪੁਰ ਦਾ ਜਿਹੜਾ ਉਹਨੂੰ ਛੋਟੇ ਨਾਂ ਨਾਲ ਭੁੱਲੀ ਦੇ ਤੌਰ ਤੇ ਜਾਣੇ ਜਾਂਦੇ ਸੀ। ਉਹ ਮਾਤਾ ਨੇ ਉਦੋਂ ਹੀ ਆਉਣ ਕੇ ਮੈਨੂੰ ਆਵਾਜ਼ ਮਾਰਨੀ, ਕਸ਼ਮੀਰੀ ਭੁੱਲੀ ਨੂੰ ਆ ਸੁਨੇਹਾ ਦੇ ਦੇ। ਸ਼ਾਮ ਨੂੰ ਉਹ ਸੁਨੇਹਾ ਜਿੱਦਾਂ ਦਾ ਵੀ ਹੋਣਾ ਉਹ ਆਣ ਕੇ ਪਹੁੰਚਾਉਣਾ। ਤੇ ਉਹਨਾਂ ਦੀਆਂ ਤਰੱਕੀਆਂ ਤੋਂ ਅਸੀਂ ਸਾਰੇ ਮਹਿਤਪੁਰ ਜਿਹੜੇ ਵਾਸੀ ਆ ਇੰਨੇ ਖੁਸ਼ ਵੀ ਸਾਡਾ ਉਹ ਵੀਰ ਸਾਡੇ ਨਾਲ ਪੜ੍ਹਦਾ, ਸਾਡੇ ਨਾਲ ਤੁਰਿਆ ਫਿਰਦਾ, ਅੱਜ ਇਸ ਮੰਜ਼ਿਲ ਤੇ ਪਹੁੰਚ ਗਿਆ। ਜਲੰਧਰ ਇਸ ਚੰਡੀਗੜ੍ਹ ਦੇ ਵਿੱਚ ਜੇ ਅਗਰ ਸਾਡਾ ਕੋਈ ਸਾਥੀ ਸੀ, ਸਾਡਾ ਕੋਈ ਥੰਮ ਸੀਗਾ ਵੀ ਜਿਹਨੂੰ ਅਸੀਂ ਆਣ ਕੇ ਕੋਈ ਕੰਮ ਕਹਿ ਦੇਣਾ, ਤੇ ਸਾਨੂੰ ਇਹ ਨਹੀਂ ਸੀ ਵੀ ਉਹ ਸਾਡਾ ਕੰਮ ਨਹੀਂ ਹੁੰਦਾ ਸੀ। ਜਿੰਨੇ ਵੀ ਅਸੀਂ ਸਾਥੀ ਉਹਨਾਂ ਦੇ ਨਾਲ ਫਿਰਦੇ ਸੀਗੇ, ਕੋਈ ਵੀ ਕੰਮ ਹੋਣਾ ਅਸੀਂ ਉੱਥੋਂ ਫੋਨ ਕਰ ਦੇਣਾ, ਰੱਤੂ ਸਾਹਿਬ ਆਹ ਸਾਡਾ ਕੰਮ ਹੈ। ਉਹਨਾਂ ਨੇ ਕਹਿਣਾ ਕੋਈ ਗੱਲ ਨਹੀਂ, ਤੁਸੀਂ ਆ ਜਿਓ। ਹੁਣ ਵੀ ਥੋੜੇ ਦਿਨ ਪਹਿਲਾਂ ਹੀ ਮੈਂ ਹਜੇ ਗੱਲ ਕੀਤੀ, ਮੈਂ ਕਿਹਾ ਮੇਰਾ ਉਹ ਲੰਬੜਦਾਰੀ ਦਾ ਕੇਸ ਹੈ, ਮੈਂ ਕਿਹਾ ਉਹਨਾਂ ਨੇ FCR ਦੇ ਕੇਸ ਲਾਤਾ। ਤਾਂ ਮੈਨੂੰ ਕਹਿੰਦੇ ਗੱਲ ਕਿਹੜੀ ਹੈ ਵੀ ਤੁਸੀਂ ਜਦੋਂ ਆਉਣਾ ਹੈ, ਤਰੀਕ ਲਾਗੇ ਹੋਈ ਤਾਂ ਆਣ ਕੇ ਮਿਲ ਲਈ। ਆਪਾਂ ਉਹਨਾਂ ਨੂੰ ਡਾਕਟਰ ਸਾਹਿਬ ਨਾਲ ਮਿਲ ਕੇ ਤਾਂ ਮਿਲ ਲੈਂਦੇ FCR ਨੂੰ। ਇਹੋ ਜਿਹੀਆਂ ਮਤਲਬ ਇੱਕ ਅਨਾਥ ਹੋਣ ਵਾਲੀ ਗੱਲ ਹੈ ਸਾਡੇ ਮਹਿਤਪੁਰ ਦੇ ਸਾਰੇ ਸਾਥੀਆਂ ਨੂੰ, ਜਿੰਨੇ ਉਹਨਾਂ ਦੇ ਨਾਲ ਜੁੜੇ ਸੀਗੇ, ਕਿਉਂਕਿ ਚੰਡੀਗੜ੍ਹ ਦੇ ਵਿੱਚ ਕੋਈ ਨਹੀਂ ਸਾਡਾ ਉਹ ਬੰਦਾ ਰਹਿ ਗਿਆ ਜਿਹਦੇ ਨਾਲ ਅਸੀਂ ਆ ਕੇ ਆਪਣੀ ਗੱਲ ਸਾਂਝੀ ਕਰਨੀ ਸੀ। ਇਹ ਗੱਲਾਂ ਸਾਰੀਆਂ ਇਸ ਕਰਕੇ ਕੀਤੀਆਂ ਜਾਂਦੀਆਂ ਕਿ ਮਹਿਤਪੁਰ ਦੇ ਵਿੱਚੋਂ ਉੱਠ ਕੇ ਉਹ ਇਸ ਮੰਜ਼ਿਲ ਦੇ ਉੱਤੇ ਪਹੁੰਚੇ ਆ, ਤੇ ਅਖੀਰ ਦੇ ਉੱਤੇ ਵਕਤ ਉਹ ਆ ਗਿਆ ਜਿਹਦਾ ਹਰ ਇਨਸਾਨ ਦੇ ਉੱਤੇ ਆਉਣਾ ਇੱਕ ਨਾ ਇੱਕ ਦਿਨ, ਪਰ ਸਮਾਂ ਨਹੀਂ ਸੀ। ਸਮੇਂ ਤੋਂ ਪਹਿਲਾਂ ਉਹ ਸਾਡੇ ਕੋਲੋਂ ਵਿਛੜ ਗਏ। ਬਹੁਤ ਹਰ ਇੱਕ ਪ੍ਰਾਣੀ ਨੂੰ ਦੁੱਖ ਦਰਦ ਹੈ। ਠੀਕ
ਹੈ ਬੱਚੇ ਜਿਹੜੇ ਆ ਸਾਡੇ ਵੀਰ ਆ ਉਹ ਦਿਨੇਸ਼ ਹੁਣੀ ਨਵੀਨ ਹੁਣੀ ਸੈਟਲ ਆ, ਪਰ ਬਾਪ ਦੀ ਜਿਹੜੀ ਘਾਟ ਹੈ ਉਹ ਪੂਰੀ ਨਹੀਂ ਹੋ ਸਕਦੀ। ਜਿੰਨੀ ਮਰਜ਼ੀ ਆਪਾਂ ਤਰੱਕੀ ਕਰ ਲਈਏ, ਪਰ ਜਿੰਨਾ ਚਿਰ ਮਾਂ-ਬਾਪ ਦਾ ਜਿਹੜਾ ਸਾਇਆ ਸਿਰ ਦੇ ਉੱਤੇ ਆ, ਉਹਨਾਂ ਚਿਰ ਉਹ ਤਰੱਕੀਆਂ ਵੀ ਸੋਹਣੀਆਂ ਲੱਗਦੀਆਂ, ਸਾਰਾ ਕੁਝ ਸੋਹਣਾ ਲੱਗਦਾ, ਪਰ ਕਿਸੇ ਮੰਜ਼ਿਲ ਦੇ ਉੱਤੇ ਪਹੁੰਚ ਜਾਂਦੇ ਫਿਰ ਇੱਕ ਘਾਟ ਮਹਿਸੂਸ ਕਰਦੇ ਹਾਂ ਵੀ ਜੇ ਅੱਜ ਕਮਾਉਣ ਲੱਗ ਪਏ ਹਾਂ ਤੇ ਅੱਜ ਬਾਪ ਸਿਰ ਤੋਂ ਜਿਹੜਾ ਉੱਠ ਗਿਆ। ਬਹੁਤ ਤਕਲੀਫ ਹੁੰਦੀ ਆ ਹਰ ਇੱਕ ਇਨਸਾਨ ਨੂੰ। ਤੇ ਮੈਂ ਆਪਣੇ ਨਗਰ ਮਹਿਤਪੁਰ ਵੱਲੋਂ ਸ਼੍ਰੀ ਕ੍ਰਿਸ਼ਨ ਲਾਲ ਰੱਤੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ, ਇਹੀ ਕਹਿੰਦਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਬਾਕੀ ਸਾਰਿਆਂ ਨੂੰ ਭਾਣਾ ਦਾ ਬਲ ਬਖਸ਼ਣ। ਬਿਲਕੁਲ ਸਹੀ ਕਿਹਾ ਕਸ਼ਮੀਰੀ ਜੀ। ਮਹਿਤਪੁਰ ਸ਼ਾਇਦ ਅਨਾਥ ਹੋ ਗਿਆ। ਇੱਕ ਸਹਾਰਾ ਸੀ ਚੰਡੀਗੜ੍ਹ ਦੇ ਵਿੱਚ ਮਹਿਤਪੁਰੀਆਂ ਦਾ, ਉਹ ਸਹਾਰਾ ਨਹੀਂ ਰਿਹਾ। ਮੈਂ ਬੇਨਤੀ ਕਰਾਂਗਾ ਰਣਦੀਪ ਸਿੰਘ ਆਲੂਵਾਲੀਆ ਜੀ ਨੂੰ। ਇਹਨਾਂ ਨੇ ਅਜੀਤ ਦੇ ਵਿੱਚ ਰੱਤੂ ਜੀ ਦੇ ਨਾਲ ਲੰਮਾ ਸਮਾਂ ਨੌਕਰੀ ਦੇ ਦੌਰਾਨ ਵੀ ਸਾਥ ਕੀਤਾ, ਨੌਕਰੀ ਦੇ ਦੌਰਾਨ ਪਬਲਿਕ ਰਿਲੇਸ਼ਨ ਦੇ ਵਿੱਚ ਵੀ ਸਾਥ ਕੀਤਾ। ਜਿਨ੍ਹਾਂ ਇਹ ਕਰੀਬੀ ਰੱਤੂ ਜੀ ਨੂੰ ਜਾਣਦੇ ਨੇ, ਸ਼ਾਇਦ ਹੋਰ ਬਾਕੀ ਵੀ ਅਸੀਂ ਜਾਣਦੇ ਹਾਂ, ਪਰ ਇਹਨਾਂ ਦੀ ਸਾਂਝ ਇੱਕ ਵੱਖਰੀ ਸੀ। ਰਣਦੀਪ ਸਿੰਘ ਜੀ। ਫਰੀਦਾ ਪੰਖ ਪ੍ਰਾਹੁਣੀ ਦੁਨੀ ਸਹਾਬਾ ਬਾਗ ਨੌਬਤ ਬਜੀ ਸਦਾ ਸਿਓ ਚੱਲਣ ਕਾ ਕਰਸਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰੀ 'ਚ ਬਿਰਾਜਮਾਨ ਸਾਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਥੋਂ ਪਹਿਲਾਂ ਡਾਕਟਰ ਸਾਹਿਬ ਨੇ, ਕਸ਼ਮੀਰੀ ਜੀ ਨੇ ਰੱਤੂ ਸਾਹਿਬ ਦੇ ਬਾਰੇ ਕਾਫੀ ਡਿਟੇਲ 'ਚ ਦੱਸਿਆ। ਕ੍ਰਿਸ਼ਨ ਰੱਤੂ ਨਾਲ ਮੇਰੀ ਪਹਿਲੀ ਮੁਲਾਕਾਤ 1993 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਹੋਈ। ਅਸੀਂ ਦੋਵਾਂ ਨੇ ਪੱਤਰਕਾਰੀ ਦੇ ਮਾਸਟਰ ਡਿਗਰੀ ਵਿੱਚ ਇਕੱਠਿਆਂ ਜੁਆਇਨ ਕੀਤਾ। ਤਕਰੀਬਨ 29 ਸਾਲ ਦਾ ਅਰਸਾ ਹੈ। ਇਸ ਅਰਸੇ ਦੇ ਵਿੱਚ ਰੱਤੂ ਦੇ ਨਾਲ ਮੈਂ ਕਲਾਸ ਫੈਲੋ ਦੇ ਤੌਰ ਤੇ, ਫਿਰ ਅਸੀਂ ਅਜੀਤ ਵਿੱਚ ਨੌਕਰੀ ਇਕੱਠਿਆਂ ਕੀਤੀ, ਇੱਕ ਪੱਤਰਕਾਰ ਦੇ ਤੌਰ ਤੇ ਲਾ ਲਓ। ਫਿਰ ਵਿਭਾਗ ਦੇ ਵਿੱਚ ਅਸੀਂ, ਮੈਂ ਈਸ਼ਵਿੰਦਰ ਗਰੇਵਾਲ ਤੇ ਕ੍ਰਿਸ਼ਨ ਰੱਤੂ ਇੱਕੋ ਦਿਨ ਜੁਆਇਨ ਕੀਤਾ 20 ਮਈ 1999। ਇਸ ਤੋਂ ਇਲਾਵਾ ਚੌਥੀ ਸਾਂਝ ਸਾਡੀ ਸਮਾਜਿਕ ਜੀਵਨ ਵਿੱਚ, ਮਤਲਬ ਇਸ 29 ਸਾਲਾਂ ਦੇ ਵਿੱਚ ਇੱਕ ਵੀ ਪਲ ਐਸਾ ਨਹੀਂ ਆਇਆ ਕਿ ਜਿੱਥੇ ਰੱਤੂ ਨੇ ਸਾਡੀ ਮਦਦ ਕਰਨ 'ਚ, ਸਾਡੇ ਨਾਲ ਖੜ੍ਹਨ 'ਚ ਇੱਕ ਪਲ ਦੀ ਦੇਰੀ ਵੀ ਕੀਤੀ ਹੋਵੇ। ਰਾਦਰ ਮੈਂ ਇਹ ਕਹਿ ਸਕਦਾ ਕਿ ਮੈਨੂੰ ਹੁਣ ਮਹਿਸੂਸ ਹੁੰਦਾ ਕਿ ਸ਼ਾਇਦ ਅਸੀਂ ਉਹਦੇ ਨਾਲ ਉਹਨਾਂ ਨਹੀਂ ਨਿਭੇ ਜਿਹਨਾਂ ਆਪਣੇ ਦੋਸਤਾਂ ਨਾਲ, ਭਰਾਵਾਂ ਨਾਲ, ਰਿਸ਼ਤੇਦਾਰਾਂ ਨਾਲ ਨਿਭਿਆ। ਸਭ ਤੋਂ ਵੱਡਾ ਗੁਣ ਉਸ ਦਾ ਇਸ ਤੋਂ ਪਤਾ ਲੱਗਦਾ ਕਿ ਅੱਜ ਮੇਰਾ ਵੀ ਤਕਰੀਬਨ 23 ਸਾਲ ਦੀ ਪਬਲਿਕ ਰਿਲੇਸ਼ਨ ਵਿੱਚ ਨੌਕਰੀ ਹੋ ਗਈ। ਮੈਂ ਆਪਣੀ ਜ਼ਿੰਦਗੀ 'ਚ ਕਿਸੇ ਵੀ ਅਧਿਕਾਰੀ ਜਾਂ ਕਿਸੇ ਵੀ ਕਰਮਚਾਰੀ ਦੇ ਕਾਲ ਚਲਾਣੇ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਸੰਪਰਕ ਦੇ ਮੌਜੂਦਾ ਤੇ ਰਿਟਾਇਰਡ ਇੰਨੇ ਕਰਮਚਾਰੀ ਅਧਿਕਾਰੀ ਨਹੀਂ ਦੇਖੇ। ਇਹ ਚੀਜ਼ਾਂ ਕਿਸੇ ਸ਼ਖਸ ਦੀ ਸ਼ਖਸੀਅਤ ਦੇ ਨਿੱਘੇਪਣ ਦੀਆਂ, ਉਸ ਦੇ ਮਿੱਠ-ਮੋਟੇ ਸੁਭਾਅ ਦੀਆਂ, ਤੇ ਸਭ ਤੋਂ ਵੱਧ ਉਸ ਦੀ ਨਿਰਮਾਣਤਾ ਦੀਆਂ ਸਾਡੇ ਸਾਹਮਣੇ ਸਾਕਸ਼ਾਤ ਮਿਸਾਲਾਂ ਨੇ। ਅਸੀਂ ਅਕਸਰ ਪਰਿਵਾਰਕ ਗੱਲਾਂ ਵੀ ਕਰ ਲੈਂਦੇ। ਉਹਨਾਂ ਹਮੇਸ਼ਾ ਦੱਸਿਆ ਕਿ ਯਾਰ ਮੇਰੀ ਸ਼ੁਰੂਆਤ ਦੇ ਵਿੱਚ ਜਦੋਂ ਮੈਨੂੰ ਲੋੜ ਪਈ, ਮੇਰੇ ਵੱਡੇ ਬ੍ਰਦਰ ਜੀਤ ਰਾਮ ਜੀ, ਉਹਨਾਂ ਨੇ ਬਹੁਤ ਮਦਦ ਕੀਤੀ, ਹਮੇਸ਼ਾ ਅੱਗੇ ਵਧਣ ਦਾ ਹੌਸਲਾ ਦਿੱਤਾ। ਆਪਣੇ ਵੱਡੇ ਭਾਈ ਤੋਂ ਲਈ ਗੁੜਤੀ ਉਹਨਾਂ ਅੱਗੇ ਬਾਖੂਬੀ ਨਿਭਾਈ। ਉਹਨਾਂ ਆਪਣੇ ਗਰੀਬ ਰਿਸ਼ਤੇਦਾਰਾਂ, ਦੋਸਤਾਂ, ਮਿੱਤਰ, ਈਵਨ ਜਿਹੜੇ ਉਹਨਾਂ ਨਾਲ ਅਖਬਾਰ ਵਿੱਚ ਜਾਂ ਪੋਲੀਟੀਕਲ ਤੌਰ ਤੇ ਵਿਚਰਦੇ ਰਹੇ, ਕਮਜ਼ੋਰ ਰਹਿ ਗਏ, ਆਰਥਿਕ ਤੌਰ ਤੇ ਕਮਜ਼ੋਰ ਰਹਿ ਗਏ, ਉਹਨਾਂ ਦੀ ਹੁਣ ਤੱਕ ਕ੍ਰਿਸ਼ਨ ਰੱਤੂ ਵੱਲੋਂ ਮੈਨੂੰ ਲੱਗਦਾ ਸ਼ਾਇਦ ਘਰੇ ਵੀ ਨਾ ਪਤਾ ਹੋਵੇ,
ਬਾਹਰੋਂ ਬਾਹਰ ਬਹੁਤ ਮਾਇਕ ਮਦਦ ਕੀਤੀ ਜਾਂਦੀ ਰਹੀ। ਅਜੇ ਇਨਸਾਨ ਦੇ ਬੇਵਕਤੀ ਚਲਾਣੇ ਤੇ ਬਹੁਤ ਹੀ ਦੁੱਖ ਹੋ ਰਿਹਾ ਹੈ। ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਸਾਨੂੰ ਸਾਰਿਆਂ ਨੂੰ ਵੀ ਇਸ ਅਸਹਿ ਤੇ ਕਹਿ ਸਦਮੇ ਨੂੰ ਸਹਿਣ ਦਾ ਬਲ ਬਖਸ਼ੇ। ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੀ ਜਗ੍ਹਾ ਲੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਕਲੀਫ ਬਹੁਤ ਹੈ। ਇਸੇ ਤਕਲੀਫ ਦੇ ਹੱਲ ਵਾਸਤੇ ਅਸੀਂ ਗੁਰੂ ਚਰਨਾਂ ਦੇ ਵਿੱਚ ਇਸ ਵੇਲੇ ਜੁੜ ਕੇ ਬੈਠੇ ਹਾਂ। ਸਾਡੇ ਵਿੱਚ ਸ਼ਾਮਲ ਨੇ ਸ਼੍ਰੀ ਰਜਨੀਸ਼ ਦਈਆ ਜੀ MLA। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਉਹ 2 ਮਿੰਟ ਲਈ ਆਪਣੀ ਸ਼ਰਧਾ ਦੇ ਫੁੱਲ ਅਰਪਣ ਕਰਨ ਰੱਤੂ ਜੀ ਨੂੰ। ਜਿਹਾ ਚਿਰ ਲਿਖਿਆ ਤਿਹਾ ਹੁਕਮ ਕਵਾਹੇ, ਕੱਲੇ ਆਵੇ ਨਾਨਕ ਸੱਤੇ ਉੱਠ ਜਾਹੇ। ਅੱਜ ਗੁਰਦੁਆਰਾ ਸਾਹਿਬ ਦੀ ਇਸ ਸਾਂਝੀ ਛੱਤ ਵਿੱਚ ਤੇ ਹੇਠਾਂ ਔਰ ਧੰਨ ਧੰਨ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਔਰ ਉਹਨਾਂ ਦੀ ਹਜ਼ੂਰੀ ਵਿੱਚ ਬੈਠੀ ਸਮੂਹ ਸਾਧ ਸੰਗਤ ਜੀ ਦਾਸ ਫਤਿਹ ਅਰਜ਼ ਕਰਦਾ ਹੈ। ਫਤਿਹ ਪ੍ਰਵਾਨ ਕਰਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਬੋਲਣ ਵੇਲੇ ਸ਼ਬਦ ਵੀ ਨਹੀਂ ਲੱਭ ਰਹੇ ਤੇ ਸੋਚ ਰਹੇ ਕਿ ਕੀ ਬੋਲਾਂ ਔਰ ਕੀ ਨਾ ਬੋਲਾਂ। ਮੇਰੀ ਸੱਕੀ ਭੈਣ ਛੋਟੀ ਰੱਤੂ ਪਰਿਵਾਰ ਦੇ ਵਿੱਚ ਇੱਥੇ ਵਿਆਹ ਕੇ ਆਈ ਔਰ ਮੈਂ ਅੰਕਲ ਜੀ ਦੀ ਜੇ ਐਕੂਰੇਸੀ ਦੀ ਗੱਲ ਕਰਾਂ ਤਾਂ ਬਹੁਤ ਐਕੂਰੇਟ ਸੀਗੇ। ਉਹਨਾਂ ਦੀ ਜੀਕੇ, ਉਹਨਾਂ ਦੀ ਪਕੜ, ਟੌਪਿਕ ਭਾਵੇਂ ਕਰੰਟ ਹੋਵੇ ਭਾਵੇਂ ਪਾਸਟ ਹੋਵੇ, ਲੇਕਿਨ ਉਹਨਾਂ ਦੀ ਪਕੜ ਬਹੁਤ ਸੀ। ਕੁਝ ਦਿਨ ਪਹਿਲਾਂ ਮੈਂ ਜਦੋਂ ਅੰਕਲ ਹਸਪੀਟਲ 'ਚ ਐਡਮਿਟ ਸੀਗੇ, ਮੈਕਸ ਹਸਪੀਟਲ 'ਚ, ਮੈਂ ਇੱਥੇ ਚੰਡੀਗੜ੍ਹ ਆਇਆ ਸੀਗਾ ਔਰ ਜਦੋਂ ਅੰਕਲ ਨੂੰ ਮਿਲੇ ਪਤਾ ਲੱਗਿਆ ਵੀ ਐਡਮਿਟ ਨੇ ਔਰ ਉਹਨਾਂ ਦਾ ਆਪਰੇਟ ਹੋਇਆ ਸੀ। ਜਦੋਂ ਪਤਾ ਲੈਣ ਵਾਸਤੇ ਆਇਆ ਤੇ ਡਾਕਟਰਸ ਨੇ ਦੱਸਿਆ ਵੀ ਰੈਸਟ ਕਰ ਰਹੇ ਨੇ ਤੇ ਜੇ ਮਿਲਣਾ ਤਾਂ ਅਸੀਂ 2 ਮਿੰਟ ਤੁਹਾਨੂੰ ਮਿਲਵਾ ਦਿੰਦੇ। ਜਦੋਂ ਮੈਂ ਮਿਲਿਆ ਔਰ ਮੈਂ ਅੰਕਲ ਨੂੰ ਇੱਕੋ ਹੀ ਆਵਾਜ਼ ਦਿੱਤੀ, ਮੈਂ ਕਿਹਾ ਅੰਕਲ ਜੀ, ਤੇ ਅੰਕਲ ਨੇ ਅੱਖਾਂ ਖੋਲ੍ਹਦੇ ਸਾਰ ਮੈਨੂੰ ਕਿਹਾ MLA ਸਾਹਿਬ ਸਤਿ ਸ਼੍ਰੀ ਅਕਾਲ। ਦਵਾਈਆਂ ਦਾ ਅਸਰ ਸੀ ਔਰ ਇੰਡੋਰ ਪੇਸ਼ੈਂਟ ਐਡਮਿਟ ਸੀਗੇ, ਲੇਕਿਨ ਜਦੋਂ ਮੈਂ ਇੱਕ ਆਵਾਜ਼ ਦਿੱਤੀ ਤੇ ਅੰਕਲ ਨੇ ਮੈਨੂੰ ਉਸੇ ਸਮੇਂ ਸਿਆਣ ਲਿਆ ਔਰ ਉਦੋਂ ਮੇਰੇ ਕੋਲ ਸ਼ਬਦ ਵੀ ਨਹੀਂ ਸੀ ਮੈਂ ਕੀ ਕਹਾਂ ਵੀ ਦਵਾਈਆਂ ਸਰਜਰੀ ਹੋ ਕੇ ਹਟੀ ਹੈ ਔਰ ਦਵਾਈਆਂ ਦਾ ਵੀ ਇੰਨਾ ਅਸਰ, ਲੇਕਿਨ ਫਿਰ ਵੀ ਉਹਨਾਂ ਦੀ ਜਿਹੜੀ ਐਕੂਰੇਸੀ ਸੀ, IQ ਸੀ ਜਿਹੜਾ ਉਹ ਕਿੰਨਾ ਲੈਵਲ, ਉਹਨਾਂ ਦਾ ਜਿਹੜਾ ਲੈਵਲ ਸੀ ਕਿੰਨਾ ਉੱਪਰ ਸੀ। ਅੱਜ ਲੋਕ ਸੰਪਰਕ ਵਿਭਾਗ ਦੇ ਇੱਥੇ ਜਿੰਨੇ ਵੀ ਆਫੀਸਰ ਸਾਹਿਬਾਨ ਬੈਠੇ ਨੇ, ਮੈਨੂੰ ਇਹ ਗੱਲ ਕਰਨ ਦੇ ਵਿੱਚ ਖੁਸ਼ੀ ਹੋ ਰਹੀ ਕਿਉਂਕਿ ਮੈਂ ਵੀ ਤੁਹਾਡੇ ਹੀ ਪਰਿਵਾਰ ਦਾ ਇੱਕ ਹਿੱਸਾ ਹਾਂ। ਮੇਰੇ ਫਾਦਰ ਸਾਹਿਬ ਸ਼੍ਰੀ ਉਦੇ ਚੰਦ, ਜਿਨ੍ਹਾਂ ਨੂੰ ਉਦੇ ਫਿਰੋਜ਼ਪੁਰੀਆ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਲੋਕ ਸੰਪਰਕ ਵਿਭਾਗ ਦੇ ਵਿੱਚ ਨੌਕਰੀ ਕੀਤੀ, 30-32 ਸਾਲ ਦੀ ਸੇਵਾ ਨਿਭਾਈ ਔਰ ਫਿਰੋਜ਼ਪੁਰ ਦੇ ਵਿੱਚ ਜਿੰਨੇ ਵੀ DPRO ਸਾਹਿਬਾਨ ਆਉਂਦੇ ਨੇ ਉਹਨਾਂ ਦੇ ਨਾਲ ਇੱਕ ਦੋਸਤਾਨਾ ਔਰ ਇੱਕ ਉਹਨਾਂ ਦੇ ਨਾਲ ਭਾਈਚਾਰਕ ਸਾਂਝ ਰਹੀ।
ਅੰਕਲ ਗਿਆਨ ਸਿੰਘ ਜੀ ਬੈਠੇ ਨੇ ਮੌਜੂਦਾ। ਜਦੋਂ ਇਹ ਫਿਰੋਜ਼ਪੁਰ ਦੇ ਵਿੱਚ ਡੀਪੀਆਰਓ ਸੀ, ਮੈਂ ਵੀ ਕਈ ਵਾਰੀ ਦਫ਼ਤਰ ਦੇ ਵਿੱਚ ਜਾਂਦਾ ਸੀ, ਇਹਨਾਂ ਦੇ ਵੀ ਮੈਂ ਇਹਨਾਂ ਨਾਲ ਬੈਠ ਕੇ ਇਹਨਾਂ ਨਾਲ ਕੁਝ ਸਿੱਖਣ ਦਾ ਮੌਕਾ ਮਿਲਦਾ ਸੀ। ਅੰਕਲ ਜੀ ਦਾ ਜਾਣਾ ਜਿੱਥੇ ਸਾਡੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੋਇਆ, ਮਹਿਕਮੇ ਨੂੰ ਵੀ ਬਹੁਤ ਵੱਡਾ ਲੋਸ ਹੋਇਆ। ਜਿੰਨੀ ਸ਼ਿੱਦਤ ਦੇ ਨਾਲ ਔਰ ਜਿੰਨੀ ਮਿਹਨਤ ਲਗਨ ਦੇ ਨਾਲ ਇਹਨਾਂ ਨੇ ਮਹਿਕਮੇ ਦੀ ਸੇਵਾ ਕੀਤੀ, ਪਰਿਵਾਰ ਦੀ ਸੇਵਾ ਕੀਤੀ, ਸਮਾਜ ਦੀ ਸੇਵਾ ਕੀਤੀ। ਔਰ ਮੇਰੇ ਤੋਂ ਪਹਿਲਾਂ ਆਲੂਵਾਲੀਆ ਸਾਹਿਬ ਨੇ ਜਿਵੇਂ ਦੱਸਿਆ ਕਿ ਉਹ ਜ਼ਰੂਰਤਮੰਦ ਦੀ ਵੀ ਸੇਵਾ ਕਰਦੇ ਸੀ। ਅੱਜ ਅੰਕਲ ਜੀ ਦਾ ਜਾਣਾ ਸਾਡੇ ਸਾਰੇ ਲਈ ਬਹੁਤ ਵੱਡਾ ਘਾਟਾ ਹੋਇਆ ਹੈ ਔਰ ਸ਼ਾਇਦ ਇਹ ਕਦੇ ਪੂਰਾ ਹੋਵੇ। ਮੈਂ ਪ੍ਰਮਾਤਮਾ ਅੱਗੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਔਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਅਰਦਾਸ ਕਰਾਂਗਾ ਕਿ ਅੰਕਲ ਜੀ ਦੀ ਵਿਚਰੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਲੋਕ ਸੰਪਰਕ ਵਿਭਾਗ ਉਹਨਾਂ ਦੇ ਕੋਲ ਹੈ ਔਰ ਉਹ ਡਿਪਾਰਟਮੈਂਟ ਦੇ ਮੁਖੀਆ ਨੇ, ਮੈਂ ਆਮ ਆਦਮੀ ਪਾਰਟੀ ਵੱਲੋਂ ਔਰ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਰੱਤੂ ਸਾਹਿਬ ਨੂੰ ਔਰ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। ਦਾਸ ਖਿਮਾ ਦਾ ਯਾਚਕ ਹੈ, ਭੁੱਲਾਂ ਚੁੱਕਾਂ ਦੀ ਮਾਫੀ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਐਮਐਲਏ ਸਾਹਿਬ। ਮੈਂ ਹੁਣ ਬੇਨਤੀ ਕਰਾਂਗਾ ਸਾਡੇ ਵਿਭਾਗ ਦੇ ਐਡੀਸ਼ਨਲ ਡਾਇਰੈਕਟਰ ਭੁਪਿੰਦਰ ਸਿੰਘ ਲਾਂਬਾ ਜੀ ਨੂੰ ਕਿ ਉਹ ਆਈਆਂ ਸੰਗਤਾਂ ਦਾ ਦੋਵੇਂ ਪਰਿਵਾਰਾਂ ਵੱਲੋਂ ਧੰਨਵਾਦ ਕਰਨ, ਰੱਤੂ ਪਰਿਵਾਰ ਵੱਲੋਂ ਵੀ ਤੇ ਸੂਚਨਾ ਤੇ ਲੋਕ ਸੰਪਰਕ ਪਰਿਵਾਰ ਵੱਲੋਂ ਵੀ। ਭੁਪਿੰਦਰ ਸਿੰਘ ਲਾਂਬਾ ਜੀ। ਜਿਹੜਾ ਤੇਰੇ ਲਿਖਿਆ ਜਿਹੜਾ ਉਹ ਕਮਾਏ ਕੱਲੇ ਆਵੇ ਨਾਮ ਦਾ ਸਾਡੀ ਮੁਕਤੀ ਦਾ ਤੇ ਮਹਾਂਵਾਪ ਅਨਸਾਰ ਸ਼੍ਰੀ ਕ੍ਰਿਸ਼ਨ ਲਾਲ ਜੀ ਲੱਗੇ ਇਸ ਪਾਣੀ ਸੰਸਾਰ ਨੂੰ 21 ਮਈ ਅਲਵਿਦਾ ਕਰ ਗਏ ਸਨ। ਅੱਜ ਇਸ ਉਹਨਾਂ ਦੀ ਅੰਤਮ ਅਰਦਾਸ ਦੇ ਮੌਕੇ ਉਹਨਾਂ ਦੇ ਪਰਿਵਾਰ ਸਾਥ ਸੰਬੰਧੀ ਦੂਰੋਂ ਨੇੜਿਓਂ ਆਏ ਸੱਜਣ ਅੱਜ ਇਸ ਗੱਲ ਦੀ ਇੱਥੇ ਜਿਹੜੀ ਹਾਜ਼ਰੀ ਇੰਨੀ ਵੱਡੀ ਹਾਜ਼ਰੀ ਭਰੀ ਗਈ ਹੈ ਉਹ ਇਸ ਗੱਲ ਦੀ ਹੋਣੀ ਪਰ ਤੇ ਕਿ ਉਹ ਕਿੰਨੇ ਹੀ ਮਿਲਾਪੜੇ ਮਿੱਠ ਬੋਲੜੇ ਤੇ ਇੱਕ ਵਧੀਆ ਸੁਭਾਅ ਦੇ ਮਾਲਕ ਸਨ। ਕ੍ਰਿਸ਼ਨ ਲਾਲ ਰੱਤੂ ਜੀ ਨਾਲ ਮੇਰਾ ਲਗਭਗ 2 ਦਹਾਕਿਆਂ ਤੋਂ ਵੱਧ ਦਾ ਸਮਾਂ ਗੁਜ਼ਰਿਆ ਇਸ ਮਹਿਕਮੇ ਦੇ ਵਿੱਚ। ਉਹ ਬਹੁਤ ਹੀ ਇੱਕ ਨੇਕ ਇਨਸਾਨ, ਪਰਖਲੂਸ, ਰੱਬ ਤੋਂ ਡਰਨ ਵਾਲੇ ਇਨਸਾਨ ਸਨ ਜਿਨ੍ਹਾਂ ਨੇ ਹਰ ਕਿਸੇ ਗਰੀਬ ਗੁਰਬੇ ਨਿਆਸਰੇ ਨਿਮਾਣੇ ਨਿਤਾਣੇ ਦੀ ਮਦਦ ਕੀਤੀ ਅਤੇ ਜਿੱਥੇ ਵੀ ਹੋ ਸਕਦਾ ਉਹ ਭਾਵੇਂ ਉਹਨਾਂ ਦੇ ਆਪਣੀ ਪਹੁੰਚ ਨਾ ਹੁੰਦੀ ਪਰ ਉਹ ਇੰਨੇ ਮਿੱਠ ਬੋਲੜੇ ਸੀ ਕਿਸੇ ਉੱਚ ਅਧਿਕਾਰੀ ਨੂੰ ਜਾ ਕੇ ਕਹਿ ਦੇਣਾ ਵੀ ਇਹ ਸਾਡਾ ਮਿੱਤਰ ਹੈ, ਮੇਰੇ ਨਾਲ ਰਿਹਾ ਹੈ, ਸਾਡੇ ਪਿੰਡ ਦਾ ਹੈ। ਪਰ ਉਹਨਾਂ ਦਾ ਜਿਹੜਾ ਪੀਆਰ ਸੀ ਉਹ ਮਹਿਕਮੇ ਤੋਂ ਬਾਹਰ ਵੀ ਇੰਨਾ ਵਧੀਆ ਸੀ ਕਿ ਮੇਰਾ ਖਿਆਲ ਕਿ ਉਹਨਾਂ ਨੇ ਕਦੀ ਵੀ ਕਿਸੇ ਨੂੰ ਨਿਰਾਸ਼ ਨਹੀਂ ਸੀ ਕਰਿਆ। ਉਹ ਜਿਵੇਂ ਥੋੜ੍ਹੀ ਦੇਰ ਪਹਿਲਾਂ ਉਹਨਾਂ ਦੇ ਮਹਿਤਪੁਰ ਤੋਂ ਆਏ ਕਸ਼ਮੀਰੀ ਜੀ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਅੱਜ ਸ਼ਾਇਦ ਮਹਿਤਪੁਰ ਸਾਡਾ ਨਿਆਸਰਾ ਹੋ ਗਿਆ ਔਰ ਮੈਂ ਇਸ ਗੱਲ ਦਾ ਤੁਹਾਨੂੰ ਭਰੋਸਾ ਦਿਵਾਉਣਾ ਕਿ ਰੱਤੂ ਜੀ ਸਾਡੇ ਦਿਲਾਂ 'ਚ ਵਸਦੇ ਨੇ। ਭਾਵੇਂ ਸਰੀਰਕ ਤੌਰ 'ਤੇ ਉਹ ਸਾਡੇ ਵਿਚਾਲੇ ਨਹੀਂ ਪਰ ਉਹਨਾਂ ਨੇ ਜਿਹੜਾ ਸਾਂਝ ਦੀਆਂ ਤੰਨਾਂ ਸਾਡੇ ਨਾਲ, ਉਹਨਾਂ ਦੇ ਪਰਿਵਾਰ ਦੇ ਨਾਲ, ਸਾਡੀ ਪਰਿਵਾਰ ਦੀਆਂ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਇੱਕ ਰੱਤੂ ਪਰਿਵਾਰ, ਦੂਜਾ ਸੂਚਨਾ ਤੇ ਲੋਕ ਸੰਪਰਕ ਵਿਭਾਗ, ਉਹ ਵੀ ਇੱਕ ਪਰਿਵਾਰ ਜਿੱਥੇ ਉਹਨਾਂ ਨੇ ਲੰਮਾ ਚਿਰ ਨੌਕਰੀ ਕੀਤੀ।
ਤੇ ਮੈਂ ਕਿਉਂਕਿ ਮੇਰੇ ਤੋਂ ਪਹਿਲਾਂ ਬੋਲ ਚੁੱਕੇ ਬੁਲਾਰਿਆਂ ਨੇ ਬਹੁਤ ਹੀ ਵਿਸਤਾਰ ਰੱਤੂ ਜੀ ਦੀ ਸ਼ਖਸੀਅਤ ਤੇ ਚਾਨਣਾ ਪਾਇਆ। ਬਹੁਤਾ ਸਮਾਂ ਨਾ ਲੈਂਦਿਆਂ ਹੋਇਆ ਮੈਂ ਹੁਣ ਆਪ ਜੀ ਸਾਰਿਆਂ ਦਾ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਸਾਰੇ ਉਹਨਾਂ ਦੇ ਸਾਥ ਸੰਬੰਧੀ ਸਨੇਹੀ ਰਿਸ਼ਤੇਦਾਰਾਂ ਦਾ ਤਹਿ ਦਿਲੋਂ ਪਰਿਵਾਰ ਵੱਲੋਂ ਧੰਨਵਾਦ ਕਰਦਾ ਹਾਂ। ਉਹ ਜੋ ਕਹਿੰਦੇ ਨੇ ਕਿ ਦੁੱਖ ਦੇ ਵਿੱਚ ਸ਼ਰੀਕ ਹੋਈਏ ਤਾਂ ਦੁੱਖ ਵੰਡਿਆ ਜਾਂਦਾ ਹੈ, ਖੁਸ਼ੀ ਦੇ ਵਿੱਚ ਸ਼ਰੀਕ ਹੋਈਏ ਤਾਂ ਖੁਸ਼ੀ ਚੋਰੀ ਚੋਰੀ ਹੋ ਜਾਂਦੀ ਹੈ। ਇਸ ਦੁੱਖ ਦੀ ਘੜੀ ਦੇ ਵਿੱਚ ਆਪ ਜੀ ਸਾਰੇ ਸੱਜਣ ਇਸ ਗੁਰੂ ਮਹਾਰਾਜ ਦੀ ਅੱਜ ਇਸ ਮੌਕੇ ਅੰਤਮ ਅਰਦਾਸ ਸ਼ਾਮਲ ਹੋ ਕੇ ਇਸ ਪਰਿਵਾਰ ਦੇ ਨਾਲ ਆਪ ਜੀ ਨੇ ਦੁੱਖ ਵੰਡਾਇਆ ਹੈ। ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਇਹ ਕਹਿੰਦੇ ਹੋਏ ਆਪ ਦਾ ਸਥਾਨ ਗ੍ਰਹਿਣ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਲਾਂਬਾ ਸਾਹਿਬ। ਰੱਤੂ ਪਰਿਵਾਰ ਵੱਲੋਂ ਹੱਥ ਜੋੜਵੀਂ ਬੇਨਤੀ ਹੈ ਕਿ ਗੁਰੂ ਕਾ ਲੰਗਰ ਤਿਆਰ ਹੈ ਤੇ ਦੂਰੋਂ ਨੇੜਿਓਂ ਆਈ ਸਾਰੀ ਸੰਗਤ ਨੇ ਗੁਰੂ ਦਾ ਲੰਗਰ ਛਕ ਕੇ ਜਾਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।